अस्सलाम वालेकुम नाजरीन, रोमियो जालम DMH न्यूज़ ਤੋਂ ਤੁਹਾਨੂੰ ਸਭ ਨੂੰ ਸਲਾਮ ਪੇਸ਼ ਕਰਦਾ ਹਾਂ। ਨਾਜ਼ਰੀਨ, ਤੁਹਾਡੇ ਸਾਹਮਣੇ ਨਵੇਂ ਤੋਂ ਨਵਾਂ ਮੈਂ ਮੌਜੂ ਲੈ ਕੇ ਆਇਆ ਤੇ ਅੱਜ ਅਸੀਂ ਮੌਜੂ ਲੈ ਕੇ ਆਏ ਇਲੈਕਸ਼ਨ, ਜਿਹੜੀ ਬੜੀ ਦੁਹਾਈ ਪੁੱਜੀ ਹੋਈ ਹੈ। ਇਮਰਾਨ ਖਾਨ ਸਾਹਿਬ ਤਕਰੀਰਾਂ 'ਚ ਬਾਰ-ਬਾਰ ਕਹਿੰਦੇ ਨੇ ਇਲੈਕਸ਼ਨ ਕਰਾਓ, ਇਲੈਕਸ਼ਨ ਕਰਾਓ। ਆਵਾਮ ਮਹਿੰਗਾਈ ਤੋਂ ਤੰਗ ਆਈ ਪਈ ਹੈ, ਉਹ ਕੀ ਕਰੇ? ਇਲੈਕਸ਼ਨ ਜਿੱਤ ਕੇ ਵੀ ਜਿਹੜੇ ਆਉਂਦੇ ਨੇ ਉਹ ਕੁਝ ਨਹੀਂ ਕਰਦੇ ਤੇ ਉਹਦੇ ਬਾਰੇ 'ਚ ਮੈਂ ਚੰਦ ਸ਼ੇਰ ਅਰਜ਼ ਕਰਾਂਗਾ, ਉਹਦੇ ਬਾਅਦ ਆਵਾਮ ਦੀ ਅਦਾਲਤ 'ਚ ਜਾਵਾਂਗਾ। ਜਦੋਂ ਵੀ ਕੋਈ ਇਲੈਕਸ਼ਨ ਦੀ ਗੱਲ ਕਰਦਾ, ਖਬਰੇ ਦਿਲ ਕਿਉਂ ਡਰਦਾ, ਖਬਰੇ ਦਿਲ ਕਿਉਂ ਡਰਦਾ, ਉੱਚੇ ਉੱਚੇ ਖਾਬ ਵਖਾਂਦਾ, ਉੱਚੀਆਂ ਉੱਚੀਆਂ ਗੱਲਾਂ ਕਰਦਾ, ਇਲੈਕਸ਼ਨ ਲੜ ਕੇ ਫੇਰ ਨਹੀਂ ਵੜਦਾ, ਖਬਰੇ ਦਿਲ ਕਿਉਂ ਡਰਦਾ, ਖਬਰੇ ਦਿਲ ਕਿਉਂ ਡਰਦਾ, ਬਿਜਲੀ ਗੈਸ ਹੋ ਗਈ ਮਹਿੰਗੀ, ਆਟਾ ਕਿਉਂ ਫੇਰ ਨਹੀਂ ਲੱਭਦਾ, ਖਬਰੇ ਦਿਲ ਕਿਉਂ ਡਰਦਾ, ਖਬਰੇ ਦਿਲ ਕਿਉਂ ਡਰਦਾ, ਜਦੋਂ ਵੀ ਕੋਈ ਇਲੈਕਸ਼ਨ ਦੀ ਗੱਲ ਕਰਦਾ, ਖਬਰੇ ਦਿਲ ਕਿਉਂ ਡਰਦਾ, ਖਬਰੇ ਦਿਲ ਕਿਉਂ ਡਰਦਾ। ਇਹੀ ਮੌਜੂ ਅਸੀਂ ਆਵਾਮ ਦੀ ਅਦਾਲਤ 'ਚ ਲੈ ਕੇ ਜਾਂਦੇ ਹਾਂ ਕਿ ਆਵਾਮ ਕਿਉਂ ਡਰਦੀ ਪਈ ਹੈ। ਲੀਡਰ ਤਾਂ ਕਹਿੰਦੇ ਇਲੈਕਸ਼ਨ ਕਰਾਓ, ਲੇਕਿਨ ਆਵਾਮ ਕਹਿੰਦੀ ਹੈ ਸਾਨੂੰ ਰੋਟੀ ਦਿਓ ਫਿਰ ਇਲੈਕਸ਼ਨ ਕਰਾਓ। ਹੁਣ ਅਸੀਂ ਆਵਾਮ ਦੀ ਅਦਾਲਤ 'ਚ ਜਾਂਦੇ ਹਾਂ, ਉਹ ਕੀ ਕਹਿੰਦੇ ਨੇ। ਲੋ ਨਾਜ਼ਰੀਨ, ਤੁਹਾਨੂੰ ਅਸੀਂ ਆਵਾਮ ਦੀ ਅਦਾਲਤ 'ਚ ਲੈ ਕੇ ਆਏ ਹਾਂ ਕਿ ਖਬਰੇ ਸਾਡਾ ਦਿਲ ਕਿਉਂ ਡਰਦਾ ਇਲੈਕਸ਼ਨ ਕਰਾਉਣ ਤੋਂ, ਕਿਉਂਕਿ ਆਵਾਮ ਨੂੰ ਤਾਂ ਲੱਭਦਾ ਕੁਛ ਨਹੀਂ ਇਲੈਕਸ਼ਨਾਂ ਦੇ ਬਾਅਦ। ਕੀ ਨਾਮ ਭਾਈਜਨ? ਮੇਰਾ ਨਾਮ ਬਸ਼ਰ ਅਲੀ। ਬਸ਼ਰ ਸਾਹਿਬ, ਲੋਕੀ ਕਹਿੰਦੇ ਇਲੈਕਸ਼ਨ ਕਰਾਓ, ਲੀਡਰ ਜਿੰਨੇ ਵੀ ਹੈਗੇ ਨੇ, ਆਵਾਮ ਤਰਸੀ ਪਈ ਹੈ, ਲੱਭਦਾ ਸਾਨੂੰ ਕੁਝ ਨਹੀਂ। ਤੁਸੀਂ ਜਿੱਤ ਕੇ ਵੀ ਆ ਜਾਂਦੇ ਫਿਰ ਵੀ ਨਹੀਂ ਲੱਭਦਾ, ਕੀ ਕਹੋ? ਅਸਲ ਵਿੱਚ ਨਾ ਇਲੈਕਸ਼ਨ ਐਸਾ ਜਿਹੜਾ ਨਾ ਮੁਲਕ ਦੀ ਜ਼ਰੂਰਤ ਹੈ, ਜਿਸ ਤਰ੍ਹਾਂ ਮੁਲਕ ਜਾ ਰਿਹਾ ਇਹ ਵਜ੍ਹਾ ਹੈਗੀ ਕਿ ਦੇਖੋ ਐਸਾ ਨਾ ਸਿੱਧੀ ਦੀ ਨਾ ਇਨਸਾਫੀ ਹੋਈ ਹੈ। ਸੁਪਰੀਮ ਕੋਰਟ ਨੇ ਜਿਹੜੀਆਂ ਹਰਕਤਾਂ ਕੀਤੀਆਂ ਨੇ ਉਹ ਕਿਸੇ ਕੋਲ ਛੁਪੀਆਂ ਹੋਈਆਂ ਨਹੀਂ। ਜਿਹੜੀ ਸਾਡੀ ਸਟੈਬਲਿਸ਼ਮੈਂਟ ਜਾਂ ਦੂਸਰੇ ਇਦਾਰੇ ਕੰਮ ਕਰ ਰਹੇ ਨੇ ਉਹ ਤੁਹਾਡੇ ਕੋਲ ਛੁਪੇ ਕੋਈ ਨਹੀਂ। ਲਿਹਾਜ਼ਾ ਆਵਾਮ ਇਸ ਟਾਈਮ ਜਿਹੜਾ ਨਾ ਆਵਾਮ ਦੀ ਅਦਾਲਤ ਵਿੱਚ ਫੈਸਲਾ ਲਿਆਉਣ ਦਾ ਮਕਸਦ ਹੈਗਾ ਕਿ ਤੁਸੀਂ ਇੰਤਖਾਬਾਤ ਕਰਵਾ ਲਓ। ਇੰਤਖਾਬਾਤ ਨਾਲ ਹੈਗਾ ਕਿ ਜਿਹੜਾ ਤੇ ਆਪਣੇ ਇਕਤਦਾਰ ਨੂੰ ਜਿਹੜਾ ਨਾ ਹਾਸਲ ਕਰ ਸਕਦਾ ਉਹ ਸੀਟ 'ਤੇ ਆਈਏਗਾ। ਜਿਹੜਾ ਇਸ ਕਾਬਲ ਨਹੀਂ ਆਵਾਮ ਸਮਝਦੀ, ਆਵਾਮ ਹੁਣ ਜਿਹੜਾ ਰਿਫਿਊਜ਼ ਕਰ ਦੇਗੀ। ਇਸ ਲਈ ਇਲੈਕਸ਼ਨ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਨੇ। ਉਹਦੀ ਵਜ੍ਹਾ ਹੈਗੀ ਹੈ ਦੇਖੋ ਜ਼ਰੂਰੀ ਤਾਂ ਹੈਗੇ ਨੇ, ਲੇਕਿਨ ਆਵਾਮ ਤਾਂ ਬੜੀ ਤੰਗ ਪਈ ਹੈ ਮਹਿੰਗਾਈ ਤੋਂ। ਸਰ ਦੇਖੋ ਮਹਿੰਗਾਈ ਦੀ ਤੁਸੀਂ ਗੱਲ ਕਰੋ ਨਾ, ਮਹਿੰਗਾਈ ਦੇ ਆਲ ਓਵਰ ਜਿਹੜਾ ਨਾ ਆਲਮੀ ਮੰਡੀ ਤੁਸੀਂ ਚੈੱਕ ਕਰ ਲਓ, ਹਰ ਮੁਲਕ ਵਿੱਚ ਹੋਈ, ਠੀਕ ਹੈ, ਸਿਰਫ ਪਾਕਿਸਤਾਨ ਹੀ ਨਹੀਂ। ਨੰਬਰ 2, ਦੇਖੋ ਮੈਂ ਨੂਨ ਲੀਗ ਦੇ ਅਗੇਂਸਟ ਨਹੀਂ ਗਾ ਇਮਰਾਨ ਖਾਨ ਦਾ, ਮੈਂ ਤੇ ਨਹੀਂ ਗਾ ਨਾ ਮੈਂ ਦੋਵਾਂ ਪਾਰਟੀਆਂ ਨੂੰ ਕਦੀ ਵੋਟ ਕਾਸਟ ਕੀਤਾ, ਮੈਂ ਤੀਸਰੀ ਪਾਰਟੀ ਨੂੰ ਤੋਂ ਵੋਟ ਕਾਸਟ ਕਰਨਾ। ਲੇਕਿਨ ਤੁਸੀਂ ਇੱਕ ਸਮਝਦਾਰ ਇਨਸਾਨ ਹੋ, ਅਕਲ ਸ਼ਊਰ ਸਮਝ ਰੱਖਦੇ ਹੋ ਕੀ ਸਹੀ ਹੈ ਕੀ ਗਲਤ ਹੈ, ਤੁਹਾਡੇ ਕੋਲੋਂ ਕੁਝ ਛੁਪਿਆ ਨਹੀਂ ਗਾ, ਠੀਕ ਹੈ। ਇਮਰਾਨ ਖਾਨ ਦੇ ਦੌਰਾ ਹਕੂਮਤ ਦੇ ਵਿੱਚ ਕਰੋਨਾ ਆਇਆ, ਮੇਰੇ ਖਿਆਲ ਨਾਲ ਅਗਰ ਨੂਨ ਲੀਗ ਦੀ ਹਕੂਮਤ ਵਿੱਚ ਆਇਆ ਹੁੰਦਾ ਨਾ ਤਾਂ ਸਾਡੀ ਆਵਾਮ ਨੇ ਅੱਧੀ ਨੇ ਹੋਣ ਦੀ ਮਰ ਜਾਣਾ ਸੀ। ਕਿਉਂਕਿ ਦੇਖੋ ਨਾ ਮੈਂ ਤੁਹਾਡੇ ਨਾਲ ਦਾ ਹੋਵਾਂਗਾ ਨਾ ਤਾਂ ਮੈਨੂੰ ਸਮਝ ਆਈ ਕਿ ਤੁਹਾਡਾ ਕਿਰਦਾਰ ਕਿਹੋ ਜਿਹਾ, ਮੇਰਾ ਕਿਹੋ ਜਿਹਾ। ਇਸ ਟਾਈਮ ਕੋਈ ਇੱਕ ਬੰਦਾ ਦਿਖਾ ਦਿਓ ਜਿਹੜਾ ਕੋਈ ਬੰਦੇ ਦਾ ਪੁੱਤਰ ਹੋਵੇ ਜਾਂ ਨੂਨ ਲੀਗ ਦਾ ਸਪੋਰਟਰ, ਠੀਕ ਹੈ। ਟੋਟਲ ਜਿਹੜਾ ਨਾ ਬਦਮਾਸ਼ੀ ਨੂੰ ਪੈਦਾ ਕਰਨ ਵਾਲੇ 2 ਨੰਬਰ ਮੁਲਵਸ ਜਿਹੜਾ ਨਾ ਕੰਮਾਂ ਵਿੱਚ ਇਹ ਮੁਲਵਸ ਨੇ। ਇਹਨਾਂ ਦੀ 30-35 ਸਾਲ ਹਕੂਮਤ ਰਹੀ ਹੈ। ਆ ਕੇ ਇਮਰਾਨ ਖਾਨ ਨੂੰ ਦੁਨੀਆ ਪਿੱਟਦੀ ਪਈ ਹੈ, ਮਹਿੰਗਾਈ। ਤੁਸੀਂ ਪੂਰੀ ਦੁਨੀਆ ਦਾ ਇੱਕ ਦਫਾ ਦੇਖੋ ਤਾਂ ਸਹੀ ਕਿ ਲੋਕ ਕੀ ਕਹਿੰਦੇ ਪਏ ਨੇ ਕਿ ਪਾਕਿਸਤਾਨ ਬਹੁਤ ਬਿਹਤਰੀਨ ਰਿਹਾ ਹੈ ਕੋਵਿਡ ਦੇ ਵਿੱਚ, ਠੀਕ ਹੈ। ਲਿਹਾਜ਼ਾ ਮਾਮਲਾ ਤਾਂ ਹੈਗੇ ਨੇ ਬੋਸ, ਇਲੈਕਸ਼ਨ ਜ਼ਰੂਰਤ ਇਸ ਵਾਸਤੇ ਵੇ ਕਿ ਇਮਰਾਨ ਖਾਨ ਦੇਖੋ ਨਾ ਉਹ ਕਹਿੰਦੇ ਸਨ ਕਿ ਲੋ ਜੀ ਲਾਡਲਾ ਮਰੀਅਮ ਉੱਠਦੀ ਸੀ, ਉਹ ਕਹਿ ਦਿੰਦੀ ਸੀ, ਬਲਾਵਲ ਉੱਠਦਾ ਸੀ, ਉਹ ਕਹਿ ਦਿੰਦੇ ਸਾਰਿਆਂ ਨੇ ਇੱਕੋ ਡੱਟਾ ਪੜਿਆ ਸੀ ਕਿ ਐਸਟੈਬਲਿਸ਼ਮੈਂਟ ਦਾ ਲਾਡਲਾ। ਹੁਣ ਦੇਖੋ ਲੋਕਾਂ ਦੇ ਸਾਹਮਣੇ ਹਕੀਕਤ ਸਾਹਮਣੇ ਆ ਗਈ ਹੈ, ਇਹ ਲਾਡਲਾ ਨਹੀਂ ਸੀ, ਲਾਡਲੇ ਦੇ ਅਸਲੀ ਚੈਨ ਹੈ। ਦੇਖੋ ਨਾ ਮਤਲਬ ਇਲੈਕਸ਼ਨ ਹੋਣੇ ਚਾਹੀਦੇ। ਜੀ ਸਰ ਹੋਣੇ ਚਾਹੀਦੇ ਨੇ। ਇਲੈਕਸ਼ਨ ਕਿਉਂ ਨਹੀਂ ਹੋਣੇ ਚਾਹੀਦੇ? ਇਲੈਕਸ਼ਨ ਹੋਣਗੇ ਉਹਦੇ ਨਾਲ ਫੈਸਲਾ ਹੋਏਗਾ। ਦੇਖੋ ਨਾ ਮਰੀਅਮ ਨੇ ਜਗ੍ਹਾ ਤੇ ਜਲਸਾ ਕੀਤਾ, ਆਵਾਮ ਦਾ ਰੱਦ ਅਮਲ ਕੀ ਸੀ ਤੇ ਇਮਰਾਨ ਖਾਨ ਨੇ ਜਿੱਥੇ ਵੀ ਕੀਤਾ ਉਹਦਾ ਰੱਦ ਅਮਲ ਕੀ ਸੀ? ਛੋਟੀ ਗੱਲ ਨਹੀਂ। ਗੱਲ ਹੈਗੀ ਹੈ ਕਿ ਇਲੈਕਸ਼ਨ ਬੜਾ ਜ਼ਰੂਰੀ ਹੈ, ਇਲੈਕਸ਼ਨ ਹੋਣਾ ਚਾਹੀਦਾ ਤਾਂ ਕਿ ਹੱਕ ਸੱਚ ਦਾ ਫੈਸਲਾ ਵੀ ਹੋ ਜਾਏ ਔਰ ਜਿਹੜੀ ਜਮਾਤ ਆਵੇ ਉਹ ਆਵਾਮ ਦੀ ਭਲਾਈ ਵਾਸਤੇ ਕੁਝ ਕਰੇ। ਹੁਣ ਦੂਸਰੇ ਭਾਈਆਂ ਨੂੰ ਪਾਸੇ ਪੁੱਛ ਕੀ ਕਰੇ। ਲੋ ਜੀ, ਹੁਣ ਅਸੀਂ ਆਵਾਮ ਦੀ ਅਦਾਲਤ 'ਚ ਫਿਰਨੇ ਮੈਂ ਤੇ ਇਲੈਕਸ਼ਨ ਦੇ ਬਾਰੇ 'ਚ ਸਵਾਲ ਕਰਨੇ ਪਏ ਆ ਤੇ ਸਾਡੇ ਕੋਲ ਬੜੇ ਭਾਈਆਂ ਨੂੰ ਖਲੋਤੇ ਨੇ। ਕੀ ਨਾਂ? ਅਦੀਲ ਸਾਹਿਬ ਲੀਡਰ ਇਲੈਕਸ਼ਨ ਕਰਦੇ ਪਏ ਨੇ, ਇਲੈਕਸ਼ਨ ਕਰਾਓ, ਆਵਾਮ ਜਿਹੜੀ ਬੜੀ ਤੰਗ ਆ ਪਈ ਹੈ,
ਉਹ ਮਹਿੰਗਾਈ ਤੋਂ ਤੰਗ ਪਈ ਹੈ, ਇਲੈਕਸ਼ਨ ਹੁੰਦੇ ਨੇ, ਲੀਡਰ ਆ ਕੇ ਤੁਰ ਜਾਂਦੇ ਨੇ ਤੇ ਆਵਾਮ ਉਸੇ ਹੀ ਰੁਲਦੀ ਰਹਿੰਦੀ। ਕੀ ਕਹੋਗੇ? ਇਲੈਕਸ਼ਨ ਜ਼ਰੂਰੀ ਹੈ ਮਹਿੰਗਾਈ ਦੇ ਪਿੱਛੇ ਆਵਾਮ ਦੀ ਸਹੂਲਤ ਵਾਸਤੇ ਕੁਝ ਕਰੋ। ਸਭ ਤੋਂ ਪਹਿਲਾਂ ਸਭ ਦੇਖਣ ਵਾਲਿਆਂ ਨੂੰ ਸਲਾਮ ਪੇਸ਼ ਕਰਨਾ। ਇਸ ਤੋਂ ਬਾਅਦ ਮੇਰਾ ਸਵਾਲ ਹੈ ਤਮਾਮ ਸਿਆਸਤਦਾਨਾਂ ਤੋਂ ਕਿ ਕਿਹੜੀ ਪਾਰਟੀ ਸਭ ਤੋਂ ਅੱਗੇ ਆਉਂਦੀ ਹੈ ਉਸ ਆਪਣੀ ਜੇਬ ਭਰਦੀ है, फिर बाद में कुछ नहीं करती। पीपल पार्टी आई, नॉन लीग आई, बाद में पीटीआई, सब एक ही तरह के आवाम वास्ते कुछ नहीं करते। आवाम वास्ते कुछ नहीं करते। इनके वजीर मशीर सब की आपस में फैमिली गैदरिंग है। किसी की शादी का फंक्शन है तो तीनों पार्टियों के MNA MP इकट्ठे बैठे होते हैं और आवाम के सामने ये आवाम को बेवकूफ़ बनाते हैं, गालियाँ देते हैं एक दूसरे को कि हम एक दूसरे के दुश्मन हैं। मगर जब भी किसी सिटिंग में फंक्शन हो, सालगिरह हो, ईद का मौका हो, शादी हो, तो एक साथ बैठे होते हैं। और इनमें इमरान खान मुखलत है और उसके जो पीछे लोग हैं गरदार थे और गरदारों ने उसकी कुर्सी उतरवा दी। अब मुल्की हालात सो इलैक्शन जरूरी है कि आवाम की मतलब आवाम से बेचारी इलैक्शन हो के भी वही आटा महंगा खाती है, चीनी नहीं लभदी, जड़ा भी आया यही रौला पाता। इस मुल्क वास्ते सब तो बड़ा फायदा यही है कि सदारती निज़ाम आ जाए और एक इंसान के हाथ के सारे फैसले होवन तो आवाम की बेहतरी बच। ਤੁਸੀਂ ਕਹਿੰਦੇ ਸਦਾਰਤੀ ਨਿਜ਼ਾਮ ਆਉਣਾ ਚਾਹੀਦਾ। ਭਾਈ ਨੇ ਕਿਹਾ ਕਿ ਸਦਾਰਤੀ ਨਿਜ਼ਾਮ ਆਉਣਾ ਚਾਹੀਦਾ। ਇਹ ਇਸ ਹੱਕ 'ਚ ਨੇ ਕਿਉਂਕਿ ਆਵਾਮ ਇਲੈਕਸ਼ਨਾਂ ਤੋਂ ਡਰੀ ਹੋਈ ਹੈ, ਖੌਫਜ਼ਦਾ ਹੋਈ ਹੈ। ਉਹੀ ਗੱਲ ਹੀ ਆ, ਜਦੋਂ ਵੀ ਕੋਈ ਇਲੈਕਸ਼ਨ ਦੀ ਗੱਲ ਕਰਦਾ ਖਬਰ ਹੈ ਦਿਲ ਕਿਉਂ ਡਰਦਾ। ਹੁਣ ਦੂਸਰੇ ਭਾਈਆਂ ਨੂੰ ਪੁੱਛ ਦੋ ਕੀ ਕਰੇ। ਲੋ ਨਾਜ਼ਰੀਨ, ਅਸੀਂ ਆਵਾਮ ਦੀ ਅਦਾਲਤ 'ਚ ਫਿਰਨੇ ਪਏ ਆ ਤੇ ਖਬਰ ਇਲੈਕਸ਼ਨ ਦੀ ਜਦੋਂ ਕੋਈ ਕਰਦਾ ਹੈ ਤਾਂ ਦਿਲ ਨੂੰ ਪਤਾ ਨਹੀਂ ਕਿਉਂ ਡਰਦਾ ਹੈ ਕਿ ਇਲੈਕਸ਼ਨਾਂ ਦੇ ਬਾਅਦ ਜਿਹੜੇ ਲੀਡਰ ਹੁੰਦੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ, ਮਹਿੰਗਾਈ ਉਸ ਤਰ੍ਹਾਂ ਹੀ ਰਹਿੰਦੀ ਹੈ। ਅਸੀਂ ਹੁਣ ਸ਼ਾਦਮਾਨ ਫਿਰਨੇ ਪਏ ਘੋਟੇ ਦੇ ਵਿੱਚ ਤੇ ਸਾਡੇ ਕੋਲ ਬੜੇ ਭਾਈਆਂ ਨੇ। ਕੀ ਨਾਮ ਭਾਈਆਂ ਤੁਹਾਡਾ? मेरा नाम फैज़ है। ਫੈਜ਼ ਸਾਹਿਬ, ਫੈਜ਼ ਬਲੋਚ। ਫੈਜ਼ ਬਲੋਚ ਸਾਹਿਬ, ਇਹ ਦੱਸੋ ਇਲੈਕਸ਼ਨ ਹੁੰਦੇ ਨੇ, ਲੀਡਰ ਵੋਟ ਲੈ ਕੇ ਤੁਰ ਜਾਂਦੇ ਨੇ, ਆਵਾਮ ਫਿਰ ਵੀ ਰੋਟੀ ਕੱਪੜਿਆ ਇੱਥੋਂ ਮਤਲਬ ਆਟੇ ਤੋਂ ਮਹਿੰਗਾਈ ਤੋਂ ਬੜੀ ਫਿਰ ਤੰਗ ਆਉਂਦੀ ਰਹਿੰਦੀ ਹੈ, ਉਹਨਾਂ ਨੂੰ ਰਿਲੀਫ ਨਹੀਂ ਮਿਲਦਾ। ਤੇ ਕੀ ਤੁਹਾਡੇ ਜ਼ਰੂਰੀ ਹੈ ਇਲੈਕਸ਼ਨ ਕਰਾਉਣਾ ਜਾਂ ਮਹਿੰਗਾਈ ਨੂੰ ਕੰਟਰੋਲ ਕਰਨਾ? लेकिन इलेक्शन ज़रूरी है। इलेक्शन तो एक ऐसी चीज़ है जिससे पता चलता है कि मुल्क का लीडर कौन है और आवाम किसको चाहती है। इस चीज़ से तो ये तो पता चल जाता है। दूसरी बात यह है कि जहाँ पे महंगाई की बात करें तो जैसा रूस से महंगाई है तो इससे काफ़ी इससे मेरे ख्याल में आवाम के लिए बहुत मुश्किल है। ये इस दौर में रोटी कपड़ा ये चीज़ या घर के अखराजात पूरे करने के लिए आवाम के लिए ਆਪ ਕਿਸ ਕਿਹੜੇ ਇਲਾਕੇ ਦੇ ਤੁਸੀਂ? जी मैं मुल्तान का हूँ। ਤਾਂ ਤੋਂ ਤੇ ਤੁਸੀਂ ਕਹਿੰਦੇ ਹੋ ਕਿ ਇਲੈਕਸ਼ਨ ਜ਼ਰੂਰੀ ਹੈ ਤੇ ਮਹਿੰਗਾਈ ਪਹਿਲੇ ਕੰਟਰੋਲ ਨਹੀਂ ਕਰਨੀ, ਪਹਿਲੇ ਇਲੈਕਸ਼ਨ ਕਰਾਉਣੇ ਚਾਹੀਦੇ। लेकिन महंगाई की तो बात कर ही ना। ਜਦੋਂ ਰੋਟੀ ਨਹੀਂ ਮਿਲੇਗੀ, ਆਟਾ ਨਹੀਂ ਮਿਲੇਗਾ, ਲੋਕੀ ਲਾਈਨ 'ਚ ਲੈ ਕੇ ਇਲੈਕਸ਼ਨ ਮਤਲਬ ਵੋਟ ਪਾਉਣਗੇ। देखिए इलेक्शन तो होना ज़रूरी है, ये तो होना चाहिए ताकि इससे पता चलता है कि हमारा जो लीडर है आवाम किस लीडर को। ਇਲੈਕਸ਼ਨ ਤੇ होंगे, टाइम ਤੇ होंगे। हाँ जी हाँ जी। और बात में जो महंगाई की जो बात है वो जिस हिसाब से ये महंगाई जा रही है आवाम बहुत तंग है। आवाम को तो खाने के लिए कुछ चीज़ मिल नहीं रही, आवाम रोड पे आ गई है। आप देखें इस तरह की जिस तरह की लोड शेडिंग जा रही है। अब देखो राइट महीने ਇਹ ਭਾਈਆਂ ਨੇ ਗੱਲ ਕੀਤੀ ਹੈ ਕਿ ਇਲੈਕਸ਼ਨ ਵੀ ਬੜਾ ਜ਼ਰੂਰੀ ਹੈ ਤੇ ਅਸੀਂ ਮੰਨਦੇ ਹਾਂ, ਲੇਕਿਨ ਮਹਿੰਗਾਈ ਬੜੀ ਹੋ ਗਈ ਹੈ, ਇਹ ਵੀ ਬੜਾ ਕੰਟਰੋਲ ਕਰਨਾ ਚਾਹੀਦਾ, ਫਿਰ ਹੀ ਕਿਤੇ ਇਲੈਕਸ਼ਨ ਕਰਾਉਣੇ ਚਾਹੀਦੇ ਨੇ। ਤੇ ਉਹ ਹਿਸਾਬ ਹੋ ਗਿਆ ਕਿ ਆਵਾਮ ਇਲੈਕਸ਼ਨ ਤੋਂ ਵੀ ਡਰਦੀ ਹੈ ਤੇ ਮਹਿੰਗਾਈ ਤੋਂ ਵੀ ਡਰ ਰਹੀ ਹੈ। ਤੇ ਹੁਣ ਅਸੀਂ ਦੂਸਰੇ ਭਾਈਆਂ ਨੂੰ ਪੁੱਛਦੇ ਹਾਂ ਕੀ ਕਹਿੰਦੇ ਨੇ। ਲੋ ਨਾਜ਼ਰੀਨ, ਅਸੀਂ ਆਵਾਮ ਦੀ ਅਦਾਲਤ 'ਚ ਫਿਰਨੇ ਪਏ ਹਾਂ ਕਿ ਉਹ ਸ਼ੇਰ ਕਿ ਖਬਰ ਹੈ ਦਿਲ ਕਿਉਂ ਡਰਦਾ ਜਦੋਂ ਵੀ ਕੋਈ ਇਲੈਕਸ਼ਨ ਦੀ ਗੱਲ ਕਰਦਾ। ਕੀ ਨਾਮ ਭਾਈਆਂ ਤੁਹਾਡਾ? ਸ਼ੇਖ ਸਾਹਿਬ, ਲੀਡਰ ਜਿਹੜੇ ਵੱਡੇ ਲੀਡਰ ਨੇ ਸਾਡੇ ਤਰੀਕੇ ਇਨਸਾਫ ਦੇ, ਇਮਰਾਨ ਖਾਨ ਸਾਹਿਬ ਹੋਏ ਜਾਂ ਦੂਸਰੇ, ਉਹ ਕਹਿੰਦੇ ਜੀ ਇਲੈਕਸ਼ਨ ਕਰਾਓ, ਇਲੈਕਸ਼ਨ ਕਰਾਓ। ਲੋਕੀ ਤਾਂ ਅੱਗੇ ਬੜੇ ਤੰਗ ਆਏ ਪਏ ਨੇ ਮਹਿੰਗਾਈ ਤੋਂ, ਆਟਾ ਮਹਿੰਗਾ, ਚੀਨੀ ਮਹਿੰਗੀ। ਪਰ ਜਦੋਂ ਵੀ ਇਲੈਕਸ਼ਨ ਹੁੰਦਾ ਇਹ ਤਾਂ ਪਹਿਲੇ ਕਹਿੰਦੇ ਨੇ ਅਸੀਂ ਆਵਾਮ ਨੂੰ ਸਬਕ ਪਾ ਵਿਖਾਉਂਦੇ, ਉੱਚੀ ਉੱਚੀਆਂ ਗੱਲਾਂ ਕਰਦੇ ਆ, ਫਿਰ ਚਲੇ ਜਾਂਦੇ, ਫਿਰ ਮੁੜ ਕੇ ਵੀ ਨਹੀਂ ਆਉਂਦੇ, ਨਜ਼ਰ ਵੀ ਨਹੀਂ ਆਉਂਦੇ। ਆਵਾਮ ਉਸ ਲਈ ਤੰਗ ਪਰੇਸ਼ਾਨ ਫਿਰਦੀ ਹੈ। ਤੇ ਤੁਹਾਡੇ ਨਜ਼ਦੀਕ ਇਲੈਕਸ਼ਨ ਜ਼ਰੂਰੀ ਹੈ ਕਿ ਪਹਿਲੇ ਆਵਾਮ ਦੇ ਮਸਾਇਲ ਹੱਲ ਕਰੋ ਜ਼ਰੂਰੀ ਹੈ? आम दे मसले पहले है ना कि इलेक्शन हो जाएंगे तो तय क्लियर होएगा ना। इलेक्शन नहीं होंगे तो इस हालात ही कुछ भी नहीं हो सकता। महंगाई इन्नी हो गई कि बंदा कोई कुछ रह ही नहीं सकता। शेख साहब, इलेक्शन ਤੇ ਆਪਣੀ ਟਾਈਮ ਤੇ ਹੋਣਗੇ ਨਾ,
ਤੇ ਓਏ ਇਹ ਦੱਸੋ ਕਿ ਲੀਡਰਾਂ ਨੂੰ ਵੀ ਕੁਝ ਖਿਆਲ ਕਰਨਾ ਚਾਹੀਦਾ ਕਿ ਇਲੈਕਸ਼ਨਾਂ ਤੋਂ ਬਾਅਦ ਕਰੋ। ਲੀਡਰ ਹੈ ਹੀ ਕੋਈ ਨਹੀਂ, ਕਿਹੜਾ ਲੀਡਰ ਹੈ? ਸਾਰੇ ਤਾਂ ਅਮਰੀਕਾ 'ਚ ਤੁਹਾਡੇ ਜਾ ਕੇ ਬੈਠੇ ਨੇ, ਉਹ ਲੀਡਰ ਥੋੜਾ ਹੀ ਹੈ। ਸਾਰੇ ਇਸ਼ਤਿਹਾਰੀ ਮੁਜਰਮ ਹਨ, ਜਿਹੜਾ ਲੀਡਰ ਸੀ ਉਹਨਾਂ ਨੇ ਸਾਈਡ ਤੇ ਕਰਤਾ। ਇਹ ਗਲਤ ਹੈ ਨਾ। ਇਲੈਕਸ਼ਨ ਹੋਣਗੇ, ਅਗਰ ਜਿਹੜਾ जीतेगा वो आ जाएगा, ਉਹ ਫਿਰ ਉਹ बारे सोचेगा, आवाम के बारे सोचेगा। एक लीडर ही नहीं है, उन्हें एक चोर है, डगेट है, वो आवाम के बारे किस तरह सोचेंगे? मैं खुद मान ला के एक बंदा चोर है, वो किसी के बारे सोचेगा, वो तो अपने बारे सोचेगा। ਇਹ ਮਤਲਬ ਸ਼ੇਖ ਸਾਹਿਬ ਕਿ ਇਲੈਕਸ਼ਨ ਹੋਣੇ ਚਾਹੀਦੇ ਨੇ ਔਰ ਉਹਦੇ ਬਾਅਦ ਲੀਡਰਾਂ ਨੂੰ ਕੀ ਕੰਮ ਕਰਨਾ? आवाम के बारे सोचना चाहिए, मुल्क के बारे सोचना चाहिए। अगर मुल्क के बारे नहीं सोचेंगे, आवाम के बारे कितने सोचेंगे? आवाम के बारे सोचेंगे, मुल्क के बारे भी सोचेंगे। अगर लीडर अच्छे मिलन तो ਇਹਨਾਂ ਨੇ ਬੜੀ ਪਿਆਰੀ ਗੱਲ ਕੀਤੀ ਹੈ, ਇਲੈਕਸ਼ਨ ਹੋਣਾ ਤਾਂ ਚਾਹੀਦਾ, ਇਲੈਕਸ਼ਨ ਬੜਾ ਜ਼ਰੂਰੀ ਹੈ, ਲੇਕਿਨ ਲੀਡਰਾਂ ਨੂੰ ਘਰ ਨਹੀਂ ਦੱਸ ਦੇਣਾ ਚਾਹੀਦਾ, ਆਵਾਮ ਦੇ ਵਿੱਚ ਆਉਣਾ ਚਾਹੀਦਾ, ਉਸ ਮਹਿੰਗਾਈ ਨੂੰ ਕੰਟਰੋਲ ਕਰਨ, ਆਟਾ ਦੇਣ, ਘਿਓ ਦੇਣ, ਜਿਹੜਾ ਮਾਸ਼ੀ ਤੌਰ ਤੇ ਜਿਹਦੇ ਨਾਲ ਆਵਾਮ ਫਿਸੀ ਹੋਈ ਹੈ। ਹੁਣ ਅਸੀਂ ਦੂਸਰੇ ਭਾਈਆਂ ਨੂੰ ਪੁੱਛਦੇ ਕੀ ਕਹਿੰਦੇ? ਅਸੀਂ ਆਵਾਮ ਦੀ ਅਦਾਲਤ 'ਚ ਫਿਰਨੇ ਪਏ ਹਾਂ, ਸ਼ਾਦਮਾਨ ਚੌਂਕ ਦੇ ਵਿੱਚ ਕਈ ਲੋਕਾਂ ਨਾਲ ਤੁਹਾਡੇ ਤਾਸੁਰਾਤ ਤੁਹਾਡੇ ਤੱਕ ਪਹੁੰਚਾਏ ਨੇ ਤੇ ਇਲੈਕਸ਼ਨਾਂ ਤੋਂ ਲੋਕੀ ਕਿਉਂ ਡਰਦੇ ਨੇ, ਕੀ ਵਜ੍ਹਾ, ਕਿਉਂ ਖੌਫਜ਼ਦਾ ਹੈਗੇ ਨੇ, ਉਹਦੇ ਬਾਰੇ 'ਚ ਅਸੀਂ ਪੁੱਛਦੇ। ਕੀ ਨਾਮ ਭਾਈਆਂ ਤੁਹਾਡਾ? ਹਜ਼ੂਰ ਸਾਹਿਬ ਇਲੈਕਸ਼ਨ ਹਰ ਕੋਈ ਲੀਡਰ ਕਹਿੰਦਾ ਇਲੈਕਸ਼ਨ ਕਰਾਓ, ਇਲੈਕਸ਼ਨ ਕਰਾਓ, ਕਿਉਂਕਿ ਅੱਗੇ ਮਹਿੰਗਾਈ ਤੋਂ ਤੰਗ ਆਏ ਪਏ ਨੇ, ਉਹ ਤਾਂ ਇਲੈਕਸ਼ਨ ਵੀ ਹੋ ਜਾਂਦੇ ਨੇ, ਆਵਾਮ ਨੂੰ ਤਾਂ ਕੁਛ ਨਹੀਂ ਲੱਭਦਾ। ਕੀ ਕਹੋਗੇ ਕਿ ਮਹਿੰਗਾਈ ਨੂੰ ਪਹਿਲਾਂ ਠੀਕ ਕਰੋ ਫਿਰ ਇਲੈਕਸ਼ਨ ਕਰਾਓਗੇ ਜਾਂ ਇਲੈਕਸ਼ਨ ਕਰਾ ਕੇ ਫਿਰ ਉਹੀ ਸੂਰਤ ਹਾਲ ਹੋ ਜਾਏ? नहीं, इलेक्शन करा के भी बेहतर है कि जमात क्यों डर रही हैं? इलेक्शन तो आखिर कोई वजह हैगी जो डर रही है, सारे पता है जिस तरीके से आए रातों रात, सारे पता की वजूहत जो इन्होंने किया सी किसी गल से कोई भी नहीं, चोर डाकू है, सारे पता है, ये कोई शक नहीं है। इलेक्शन होने चाहिए जो ਤੰਗ ਆਏ ਨੇ ਕਿ ਸਾਨੂੰ ਪਹਿਲੇ ਆਟਾ ਘਿਓ ਦੇ ਦਿਓ। ਲੋਕੀ ਤੇ ਤੰਗ ਹੀ ਰਹਿੰਦੇ, ਕਿਸੇ ਦੌਰ ਦੇ ਵਿੱਚ ਵੇਖ ਲਵੋ ਲੋਕੀ ਖੁਸ਼ ਨਹੀਂ ਹੁੰਦੇ। ਪੁਰਾਣੀ ਹਕੂਮਤਾਂ ਦੀ ਕਹਿੰਦੇ ਕਿ ਪਹਿਲੀ ਹਕੂਮਤ ਸੀ ਉਹਦੀ ਵਜ੍ਹਾ ਤੋਂ ਮਸਲੇ ਮਸਾਇਲ ਹੈਗੇ ਸੀ, ਫਿਰ ਨਵੀਂ ਆਏਗੀ ਇਹ ਕਹਿੰਦੇ ਪਿਛਲੀ ਹਕੂਮਤ ਨੇ ਸਾਰਾ ਕੀਤਾ ਹੈ, ਮਗਰ ਜੇ ਹੁਣ ਹਕੂਮਤ ਖਾਨ ਸਾਹਿਬ ਦੀ ਸੀ ਉਹ ਸਹੀ ਜਾ ਰਹੀ ਸੀ, ਸਾਰਿਆਂ ਨੂੰ ਪਤਾ ਕਿਸ ਵਜ੍ਹਾ ਦੇ ਨਾਲ ਇਹ ਆਏ ਹੈਗੇ, ਇਹ ਫਿਰ ਬਾਹਰ ਤੋੜ ਕੇ ਕਿਉਂ ਜਾ ਬੈਠੇ, ਜੋ ਵੀ ਫੈਸਲੇ ਕਰਦੇ ਉਹ ਚਲੇ ਜਾਂਦੇ ਫੈਸਲੇ ਦੇ ਮੁਤਾਬਿਕ ਇਲੈਕਸ਼ਨ ਹੋਣੇ ਚਾਹੀਦੇ ਨੇ, ਨਵੀਂ ਹਕੂਮਤ ਆਵੇ ਤਾਂ ਆਵਾਮ ਵਾਸਤੇ ਕੁਝ ਕਰੇ ਤਾਂ ਸਹੀ, ਬਿਲਕੁਲ ਬਿਲकुल ਇਹ ਨਾ ਹੋਵੇ ਘਰ ਨਾ ਜਾਵੇ। ਨਹੀਂ, ਇਹ ਹੋਣਾ ਚਾਹੀਦਾ ਇਲੈਕਸ਼ਨ ਕਰਾਉਣ, ਅਸੀਂ ਚਾਹੁੰਦੇ ਕਿ ਜੋ ਵੀ ਹੈਗਾ ਇਲੈਕਸ਼ਨ ਕਰਾਉਣ ਇਹਦੇ ਵਿੱਚ। ਇਹ ਭਾਈਆਂ ਕਹਿ ਰਹੇ ਨੇ ਕਿ ਇਲੈਕਸ਼ਨ ਹੋਣੇ ਚਾਹੀਦੇ ਨੇ ਤੇ ਅਸੀਂ ਹੁਣ ਦੂਸਰੇ ਭਾਈਆਂ ਨੂੰ ਪੁੱਛਦੇ ਕੀ ਕਹਿੰਦੇ ਨੇ। ਕੀ ਨਾ ਭਾਈਆਂ ਤੁਹਾਡਾ? ਸਫਦਰ ਸਾਹਿਬ, ਜਦੋਂ ਵੀ ਕੋਈ ਇਲੈਕਸ਼ਨ ਦੀ ਗੱਲ ਕਰਦਾ ਖਬਰ ਹੈ ਦਿਲ ਕਿਉਂ ਡਰਦਾ, ਇੱਕ ਸ਼ੇਰ ਹੈਗਾ। ਇਲੈਕਸ਼ਨ ਹੋ ਜਾਂਦੇ ਨੇ, ਲੀਡਰ ਘਰ ਨੱਸ ਜਾਂਦੇ ਨੇ, ਆਵਾਮ ਫਿਰ ਸੜਕਾਂ ਤੇ ਰੁਲਦੀ ਫਿਰਦੀ, ਆਟਾ ਨਹੀਂ ਮਿਲਦਾ, ਚੀਨੀ ਨਹੀਂ ਮਿਲਦੀ, ਘਿਓ ਨਹੀਂ ਮਿਲਦਾ। ਆਵਾਮ ਨੂੰ ਕੀ ਫਾਇਦਾ ਇਸ ਇਲੈਕਸ਼ਨਾਂ ਤੋਂ, ਕੋਈ ਦੱਸੋਗੇ? ਆਵਾਮ ਨੂੰ ਇਲੈਕਸ਼ਨ ਦਾ ਇਹ ਫਾਇਦਾ ਵਾ, ਅੱਗੇ ਇਮਰਾਨ ਖਾਨ ਜਿਹੜਾ ਹੈ ਉਹ ਬਿਹਤਰ ਸੀ ਇਹਨਾਂ ਨਾਲ, ਹੁਣ 1.5 ਮਹੀਨੇ ਦੇ 6 ਹਫ਼ਤੇ ਦੇ ਆਏ ਨੇ, ਡਬਲ ਮਹਿੰਗਾਈ ਹੋ ਗਈ। ਇਲੈਕਸ਼ਨ ਹੋਣ ਉਮੀਦ ਲੱਗ ਜਾਏਗੀ ਪਰ ਨਈ ਹਕੂਮਤ। ਇਮਰਾਨ ਖਾਨ ਨਾ ਜਿੱਤਿਆ ਫੇਰ ਕੀ ਹੋਏ? ਇਮਰਾਨ ਖਾਨ ਜਿੱਤੇਗਾ, ਕਹਿ ਨਹੀਂ ਨਾ ਸਕਦੇ ਅਸੀਂ, ਮੈਂ ਕਹਿ ਸਕਦਾ ਇਮਰਾਨ ਖਾਨ ਜਿੱਤੇਗਾ। ਕਿ ਹੁਣ ਨਜ਼ਰੀਆਤੀ ਲੋਕਾਂ ਦਾ ਖਤਮ ਹੋ ਗਿਆ, ਹੁਣ ਬਰਾਦਰੀ ਸਿਸਟਮ ਦੇ ਲੋਕੀ ਵੋਟ ਪਾਉਂਦੇ ਨੇ। ਕਈ ਵੇਖੇ ਨੇ 20 ਲੱਖ ਬੰਦਾ ਜਾਂਦਾ ਲੇਕਿਨ ਉਹਨੂੰ ਸਲੂਕੀਆਂ 4 ਵੋਟ ਨਿਕਲਦੇ ਨੇ। ਬਰਾਦਰੀ ਸਿਸਟਮ ਤੇ ਬਿਲਕੁਲ ਵੋਟ ਪਾਉਂਦੇ ਸਨ, ਲੇਕਿਨ ਇਮਰਾਨ ਖਾਨ ਨੇ ਹਰ ਬਰਾਦਰੀ ਨੂੰ ਜਗਾ ਦਿੱਤਾ, ਹਰ ਆਵਾਮ ਨੂੰ ਜਗਾ ਦਿੱਤਾ, ਇਮਰਾਨ ਖਾਨ ਨੂੰ ਵੋਟ ਪੈਣਗੇ। ਬਰਾਦਰੀ ਸਿਸਟਮ ਇਮਰਾਨ ਖਾਨ ਨੇ ਖਤਮ ਕਰ ਦਿੱਤਾ। ਇਮਰਾਨ ਖਾਨ ਕੁਝ ਕਰੇਗਾ? ਪਹਿਲੇ 3 ਸਾਲਾਂ 'ਚ ਤਾਂ ਕੁਝ ਨਹੀਂ ਕੀਤਾ। ਇਹਨਾਂ 35 ਸਾਲਾਂ 'ਚ ਕੁਝ ਨਹੀਂ ਕੀਤਾ, 3 ਸਾਲਾਂ 'ਚ ਕੀ ਹੋਣਾ ਸੀ? ਆਵਾਮ ਉਦੋਂ ਵੀ ਰੋਂਦੀ ਸੀ, ਇਹਨਾਂ ਨੂੰ ਕਹਿੰਦੀ ਸੀ ਕਿ ਯਾਰ ਹਕੂਮਤ ਚੰਗੀ ਨਹੀਂ ਗਈ, ਮਹਿੰਗਾਈ ਕਰਤੀ ਸੀ। ਆਵਾਮ ਰੋਂਦੀ ਸੀ ਉਹਨਾਂ ਦੇ 35 ਇਹਦੇ 3 ਸਾਲਾਂ ਦੇ ਮੁਕਾਬਲੇ ਉਹਨਾਂ ਦੇ 35 ਸਾਲਾਂ ਜਿਹੜੇ ਨੇ ਬਹੁਤ ਬੁਰੇ ਸਨ। ਤੇ ਇਮਰਾਨ ਖਾਨ ਨੂੰ ਅਸੀਂ ਦੁਬਾਰਾ ਲੈ ਕੇ ਆਵਾਂਗੇ, ਉਮੀਦ ਹੈ ਇਮਰਾਨ ਖਾਨ ਕੁਝ ਕਰੇਗਾ ਇਸ ਮੁਲਕ ਵਾਸਤੇ। ਉਮੀਦ ਹੈਗੀ ਹੈ। ਲੋ ਭਾਈਆਂ ਨੇ ਕਿਹਾ ਇੱਕ ਉਮੀਦ ਦੀ ਕਿਰਨ ਹੈਗੀ ਹੈ ਕਿ ਸ਼ਾਇਦ ਉਹ ਕੁਝ ਕਰੇਗਾ ਜਿਹੜਾ ਉਹ 3 ਸਾਲਾਂ 'ਚ ਨਹੀਂ ਕਰ ਸਕਿਆ, ਉਹਨੂੰ ਸ਼ਾਇਦ ਹੁਣ ਸਮਝ ਆ ਜਾਏ ਤੇ ਆਵਾਮ ਨੂੰ ਕੁਝ ਦੇ ਸਕੇ। ਹੁਣ ਦੂਸਰੇ ਭਾਈਆਂ ਨੂੰ ਪੁੱਛ ਦਿਓ ਕੀ ਕਹਿੰਦੇ। ਤੇ ਤੁਹਾਨੂੰ ਪਹਿਲੇ ਵੀ ਦੱਸਿਆ ਸੀ, ਜਦੋਂ ਕੋਈ ਇਲੈਕਸ਼ਨ ਦੀ ਗੱਲ ਕਰਦਾ ਖਬਰ ਹੈ ਦਿਲ ਕਿਉਂ ਡਰਦਾ, ਇਸ ਮੌਜੂ ਨੂੰ ਲੈ ਕੇ ਅਸੀਂ ਫਿਰਨੇ ਪਏ ਹਾਂ। ਭਾਈਆਂ ਕੀ ਨਾਮ ਤੁਹਾਡਾ? ਯਕੂਬ ਸਾਹਿਬ, ਇਲੈਕਸ਼ਨਾਂ ਦੀ ਲੋਕੀ ਲੀਡਰ ਗੱਲ ਕਰਦੇ ਨੇ ਇਲੈਕਸ਼ਨ ਕਰਾਓ, ਇਲੈਕਸ਼ਨ ਕਰਾਓ। ਉਹ ਇਲੈਕਸ਼ਨ ਤੇ ਕਈ ਵਾਰ ਹੋਏ ਨੇ,
ਇਹ ਲੀਡਰ ਆਪਣੇ ਆਪਣੇ ਘਰਾਂ 'ਚ ਚਲੇ ਜਾਂਦੇ ਨੇ। ਲੋਕੀ ਆਟੇ ਨੂੰ ਤਰਸ ਰਹੇ ਨੇ, ਚੀਨੀ ਨੂੰ ਤਰਸ ਰਹੇ ਨੇ, ਘਿਓ ਨਹੀਂ ਮਿਲਦਾ। ਇਹ ਲੀਡਰਾਂ ਨੂੰ ਤਾਂ ਖਿਆਲ ਨਹੀਂ ਆਉਂਦਾ। ਹੁਣ ਇਲੈਕਸ਼ਨ ਕਰਕੇ ਕੀ ਹਾਸਲ ਹੋ ਜਾਏਗਾ? ਇਲੈਕਸ਼ਨ ਕਰਕੇ ਕੀ ਹਾਸਲ ਹੋਣਾ? ਲੀਡਰ ਬਣ ਜਾਂਦੇ ਨੇ, ਉਹ ਆਪਣੇ ਆਪਣੇ ਘਰਾਂ 'ਚ ਬਹਿ ਜਾਂਦੇ ਜਨਾਬ ਅਲੀ। ਖਰਚੇ ਆਵਾਮ ਦੇ ਹੋ ਜਾਂਦੇ ਨੇ, ਸਰਕਾਰ ਦੇ ਖਰਚੇ ਹੋ ਜਾਂਦੇ ਨੇ। ਉਹ ਲੀਡਰ ਬਣ ਜਾਂਦੇ ਨੇ, ਉਹਨਾਂ ਨੂੰ ਕੋਈ ਪਤਾ ਨਹੀਂ ਗਰੀਬ ਆਵਾਮ ਕਿੱਥੇ ਕੀ ਖਾ ਰਹੀ, ਕਿੱਥੇ ਕੀ ਖਾ ਰਹੀ, ਕੀ ਨਹੀਂ ਖਾ ਰਹੀ। ਆਟਾ ਤਾਂ ਇਤਨਾ ਮਹਿੰਗਾ, ਘਿਓ ਹੁਣ 500 ਤੇ ਪਹੁੰਚਿਆ ਪਿਆ। ਗਰੀਬ ਆਟਾ ਕਿੰਨਾ 1300 1300 ਤੇ ਪਹੁੰਚਿਆ ਪਿਆ। ਗਰੀਬ ਆਵਾਮ ਤਾਂ ਮਰਨਾ। ਜਿਹੜੇ ਬਾਰ-ਬਾਰ ਇਹ ਵੀ ਕਿਉਂ ਕਹਿੰਦੇ ਨੇ ਇਲੈਕਸ਼ਨ ਕਰਾਓ, ਇਲੈਕਸ਼ਨ ਉਹਨਾਂ ਦਾ ਆਵਾਮ ਨੂੰ ਅੱਜ ਤੱਕ ਕੁਝ ਤਾਂ ਕੋਈ ਫਾਇਦਾ ਨਹੀਂ। ਇਲੈਕਸ਼ਨ ਦਾ ਕੀ ਫਾਇਦਾ ਜਦੋਂ ਜਨਾਬ ਅਲੀ ਲੱਭੇਗਾ ਕੁਛ। ਆਈ ਨਹੀਂ ਹੋਣੀ ਥੱਲੇ, ਉਹਦਾ ਕੀ ਫਾਇਦਾ? ਜੋ ਕੋਈ ਵੀ ਸਦਰ ਆ ਜਾਏ, ਵਜ਼ੀਰ ਆਜ਼ਮ ਆ ਜਾਏ, ਉਹ ਤਾਂ ਕੰਟਰੋਲ ਕਰੇ ਮਹਿੰਗਾਈ ਨੂੰ, ਤਾਂ ਮਜ਼ਾ ਹੈ। ਤੁਹਾਡੀ ਨੁਕਤੇ ਨਜ਼ਰ 'ਚ, ਤੁਹਾਡੀ ਸੋਚ ਦੇ ਵਿੱਚ ਤੁਹਾਡੀ ਕੀ ਪੋਜੀਸ਼ਨ ਹੈਗੀ? ਕੀ ਹੋਣਾ ਚਾਹੀਦਾ? ਮੈਂ ਤਾਂ ਪਹਿਲੇ ਕੀ ਹੋਣਾ ਚਾਹੀਦਾ? ਪਹਿਲੇ ਸਭ ਤੋਂ ਪਹਿਲੇ ਮਹਿੰਗਾਈ ਨੂੰ ਨੀਚੇ ਹੋਣੀ ਚਾਹੀਦੀ। ਉਸ ਤੋਂ ਬਾਅਦ ਇਲੈਕਸ਼ਨ ਜਬ ਭਾਵੇਂ ਜਿਹੜਾ ਵੀ ਸਦਰ ਬਣ ਜਾਏ, ਵਜ਼ੀਰ ਆਜ਼ਮ ਬਣ ਜਾਏ। ਜਦੋਂ ਕੋਈ ਇਲੈਕਸ਼ਨ ਦੀ ਗੱਲ ਕਰਦਾ, ਖਬਰੇ ਦਿਲ ਕਿਉਂ ਡਰਦਾ? ਤੇ ਤੁਹਾਡਾ ਕੀ ਨਾਮ? ਫਰੂਕ ਸਾਹਿਬ, ਜਦੋਂ ਇਲੈਕਸ਼ਨ ਆਉਂਦੇ ਨੇ, ਲੀਡਰ ਇਲੈਕਸ਼ਨ ਕਰਵਾਉਂਦੇ ਨੇ, ਅਸੀਂ ਉੱਚੀਆਂ ਉੱਚੀਆਂ ਗੱਲਾਂ ਕਰਦੇ ਨੇ, ਅਸੀਂ ਇਹ ਦਿਆਂਗੇ, ਅਸੀਂ ਉਹ ਦਿਆਂਗੇ। ਉਹਦੇ ਬਾਅਦ ਘਰਾਂ ਘਰਾਂ ਨੱਸ ਜਾਂਦੇ ਨੇ। ਆਵਾਮ ਆਟਾ, ਚੀਨੀ, ਘਿਓ ਤੋਂ ਤਰਸਦੀ ਰਹਿੰਦੀ ਹੈ। ਮਹਿੰਗਾਈ ਇੰਨੀ ਹੋ ਜਾਂਦੀ ਹੈ, ਇਹ ਲੀਡਰ ਪਿੱਛੇ ਮੁੜ ਕੇ ਨਹੀਂ ਵੇਖਦੇ। ਤੁਸੀਂ ਕੀ ਕਹੋਗੇ, ਇਲੈਕਸ਼ਨ ਜ਼ਰੂਰੀ ਹੈ ਕਿ ਪਹਿਲੇ ਹਾਲਾਤ ਦੇ ਆਵਾਮ ਦੇ ਠੀਕ ਕਰੋ? ਸਭ ਤੋਂ ਪਹਿਲੇ ਤਾਂ ਹਾਲਾਤ ਠੀਕ ਹੋਣੇ ਚਾਹੀਦੇ ਤੇ ਸਭ ਤੋਂ ਪਹਿਲੇ ਮਹਿੰਗਾਈ ਖਤਮ ਹੋਣੀ ਚਾਹੀਦੀ ਹੈ। ਆਵਾਮ ਦੇ ਬਾਰੇ 'ਚ ਇਹਨਾਂ ਨੂੰ ਸੋਚਣਾ ਚਾਹੀਦਾ। ਉਸ ਤੋਂ ਬਾਅਦ ਇਲੈਕਸ਼ਨ ਦਾ ਬਾਰੇ ਸੋਚਣਾ। ਸਭ ਤੋਂ ਪਹਿਲੇ ਤਾਂ ਇਲੈਕਸ਼ਨ ਦੇ ਪਿੱਛੇ ਭੱਜੇ ਫਿਰੇ ਨੇ, ਚਾਹੇ ਨੂਨ ਲੀਗ ਦੇ ਨੇ ਜਾਂ ਪੀਟੀਆਈ ਦੇ। ਮੈਂ ਖੁਦ ਨੂਨ ਲੀਗ ਦਾ ਸਪੋਰਟਰ ਹਾਂ ਤੇ ਸ਼ੁਰੂ ਤੋਂ ਹੀ ਨੂਨ ਲੀਗ ਦੇ ਸਪੋਰਟਰ ਹਾਂ ਕਿ ਇਨਸ਼ਾਅੱਲਾ ਅੱਗੇ ਵੀ ਨੂਨ ਲੀਗ ਦਾ ਸਪੋਰਟ ਕਰਾਂਗੇ। ਤੁਹਾਡੀ ਮੁਰਾਦ ਹੈ ਪਹਿਲੇ ਲੋਕਾਂ ਨੂੰ ਕੁਛ ਤਾਂ ਰਿਲੀਫ ਦੇ ਦਿਓ। ਬਿਲਕੁਲ ਲੋਕਾਂ ਨੂੰ ਪਹਿਲੇ ਖੁਸ਼ ਕਰਨਾ ਚਾਹੀਦਾ, ਇਹਨਾਂ ਨੂੰ ਆਵਾਮ ਨੂੰ, ਹੁਕੂਮਤ ਨੂੰ। 1400 ਰੁਪਏ ਦਾ ਆਟੇ ਦਾ ਥੈਲਾ ਲੈ ਕੇ ਹੁਣ ਮੈਂ ਲਾਈਨ 'ਚ ਖਲੋ ਕੇ ਵੋਟ ਪਾਵਾਂ, ਚੰਗਾ ਲੱਗਾਗਾ? ਨਹੀਂ, ਬੜੀ ਮਾੜੀ ਗੱਲ ਹੈ। ਸਭ ਤੋਂ ਪਹਿਲੇ ਘੀ ਦੇਖੋ ਨਾ, ਘੀ ਕਿੱਥੇ ਸੀ ਤੇ ਕਿੱਥੇ ਪਹੁੰਚ ਗਿਆ। ਤੇ ਗਰੀਬ ਬੰਦਾ ਜਿਹੜਾ ਮਜ਼ਦੂਰੀ ਕਰਦਾ, ਉਹ ਸ਼ਾਮ ਨੂੰ ਘੀ ਲਵੇ, ਚੀਨੀ ਲਵੇ, ਆਟਾ ਲਵੇ, ਦਾਲ ਕੀ ਲਵੇ, ਕੀ ਬੱਚਨ ਖਿਲਾਵੇ, ਕੀ ਕਰੇ? ਸਭ ਤੋਂ ਪਹਿਲੇ ਮੇਨ ਜਿਹੜੀ ਚੀਜ਼ ਹੈ ਨਾ, ਇਹ ਮਹਿੰਗਾਈ ਖਤਮ ਕਰਨੀ ਚਾਹੀਦੀ ਹੈ ਇਹਨਾਂ ਨੂੰ, ਚਾਹੇ ਜਿਨ੍ਹਾਂ ਦੀ ਵੀ ਹੁਕੂਮਤ ਆਵੇ ਜਾਂ ਹੈ ਮੌਜੂਦਾ। ਟਾਈਮ ਤੇ ਇਲੈਕਸ਼ਨ ਬਿਲਕੁਲ ਫਿਰ ਟਾਈਮ ਤੇ ਇਲੈਕਸ਼ਨ। ਸਭ ਤੋਂ ਪਹਿਲੇ ਜਿਹੜੀ ਮੇਨ ਚੀਜ਼ ਹੈ ਨਾ, ਗੁਰਬਤ ਖਤਮ ਕਰਨ ਵਾਸਤੇ। ਗੁਰਬਤ ਤਾਂ ਚਲੋ ਹੈ ਹੀ, ਲੇਕਿਨ ਮਹਿੰਗਾਈ ਖਤਮ ਹੋਣੀ, ਥੋੜਾ ਰਿਲੀਫ। ਮਹਿੰਗਾਈ ਖਤਮ ਹੋਣੀ ਮੇਨ ਚੀਜ਼। ਭਾਈਆਂ ਨੇ ਬਹੁਤ ਪਿਆਰੀ ਗੱਲ ਕੀਤੀ। ਇਹਨਾਂ ਨੇ ਵੀ ਪਹਿਲੇ ਮਹਿੰਗਾਈ ਨੂੰ ਕੰਟਰੋਲ ਕਰੋ। ਇਹ ਨਾ ਹੋਵੇ ਮੈਂ 1400 ਰੁਪਏ ਦਾ ਆਟੇ ਦਾ ਥੈਲਾ ਲੈ ਰਿਹਾ, ਉਹ ਲਾਈਨ 'ਚ ਲੈ ਕੇ ਵੋਟ ਪਾ ਰਿਹਾ। ਓਏ ਮੈਨੂੰ ਕੀ ਫਾਇਦਾ ਇਹੋ ਜਿਹੇ ਲੀਡਰਾਂ ਦਾ, ਜਦੋਂ ਮੈਨੂੰ ਕੁਝ ਨਹੀਂ ਦੇ ਸਕਦੇ ਤੇ ਮੈਂ ਲਾਈਨ 'ਚ ਲੈ ਕੇ ਇਹਨਾਂ ਨੂੰ ਵੀ ਵੋਟ ਪਾਵਾਂ। ਬਿਜਲੀ ਵੀ ਮਹਿੰਗੀ ਹੈ, ਉਹਦਾ ਵੀ ਮੈਂ ਬਿੱਲ ਪਤਾ ਕਰਾਂ, ਉਹਦਾ ਵੀ ਉਤਾਰਾ ਬਿੱਲ। ਫਿਰ ਉਹਦੇ ਬਾਅਦ ਚੀਨੀ ਲੈਣ ਜਾਵਾਂ, ਉਹ ਮੈਨੂੰ 150 ਰੁਪਏ ਕਿਲੋ ਮਿਲੇ ਤੇ ਮੈਂ ਲਾਈਨ 'ਚ ਲੈ ਕੇ ਵੋਟ ਪਾਵਾਂ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਹਿਲੇ ਆਵਾਮ ਨੂੰ ਕੁਝ ਦਿਓ, ਰਿਲੀਫ ਦਿਓ, ਉਹ ਤਾਕਤ ਦਿਓ, ਉਹ ਪੈਰਾਂ ਥੱਲੇ ਖਲੋ ਕੇ ਤੁਹਾਨੂੰ ਵੋਟ ਪਾ ਸਕੇ। ਤੇ ਅਸੀਂ ਹੁਣ ਦੂਸਰੇ ਭਾਈਆਂ ਨੂੰ ਪੁੱਛਦੇ ਲੋ, ਅਸੀਂ ਹੁਣ ਦੂਸਰੇ ਭਾਈਆਂ ਕੋਲ ਆਏ ਆ। ਆਵਾਮ ਦੀ ਅਦਾਲਤ 'ਚ ਫਿਰਨੇ ਪਏ ਆ। ਹੁਣ ਅਸੀਂ ਲਾਰੈਂਸ ਗਾਰਡਨ ਦੇ ਬਿਲਕੁਲ ਸਾਹਮਣੇ ਆ ਗਏ ਆ। ਪਹਿਲੇ ਸ਼ਾਦਮਾਨ ਸੀ। ਲੋ ਭਾਈਆਂ, ਕੀ ਨਾਂ ਤੁਹਾਡਾ? ਰਿਆਜ਼ ਹੁਸੈਨ ਸਾਹਿਬ। ਇਹ ਦੱਸੋ, ਜਦੋਂ ਇਲੈਕਸ਼ਨ ਦੀ ਵਾਰੀ ਆਉਂਦੀ ਹੈ ਤਾਂ ਅਸੀਂ ਘਬਰਾ ਜਾਂਦੇ ਆ। ਇੱਕ ਸ਼ੇਰ ਹੈਗਾ ਨਾ, ਜਦੋਂ ਕੋਈ ਇਲੈਕਸ਼ਨ ਦੀ ਗੱਲ ਕਰਦਾ, ਖਬਰੇ ਦਿਲ ਕਿਉਂ ਡਰਦਾ। ਆਵਾਮ ਨੂੰ ਰਿਲੀਫ ਤਾਂ ਕੋਈ ਨਹੀਂ। ਚੀਨੀ, ਆਟਾ, ਘਿਓ ਮਹਿੰਗਾ, ਲੀਡਰ ਆਪਣੇ ਆਪਣੇ ਘਰਾਂ ਨੂੰ ਤੁਰ ਜਾਂਦੇ ਨੇ। ਤੁਹਾਡੀ ਨਜ਼ਰ 'ਚ ਇਲੈਕਸ਼ਨ ਜ਼ਰੂਰੀ ਹੈ ਕਿ ਆਵਾਮ ਨੂੰ ਕੋਈ ਥੋੜੀ ਰਿਲੀਫ ਦਿਓ? मैं अपने घर की बात कहूँ, हाँ, दिल की गल करनी चाहिए। मैं सच्ची गल यही करता भी हाँ, क्योंकि जब नवाज शरीफ को उतारा था तो उस टाइम हम घी 150 रुपये किलो लेते थे, ठीक है। तो जब इमरान खान को बिठाया गया, जिन्होंने भी बिठाया, तो इसने 500 रुपये पे घी पहुँचा दिया, 150 रुपये पे चीनी पहुँचा दी, 1300-1400 रुपये पे आटा पहुँचा दिया। मुल्क का बेड़ा गर्क इमरान खान ने किया है। ये कहता था मैं साइकिल पे जाऊँगा, अपने घर से वज़ीर आज़म हाउस साइकिल पे जाऊंगा, तो इसने 90 अरब रुपए का नुकसान दिया है हमें। हेलीकॉप्टर पे वज़ीर आज़म हाउस आता था, हमें किस चीज़ का फ़ायदा देते? जो दिहाड़ी उस टाइम 700 लेते थे, हमारी दिहाड़ी 200 बढ़ी है, 900 हुई, ठीक है। अब हम घी लेने जाएं तो चीनी नहीं होती, आटा लेने जाएं तो बिजली का बिल 5-5, 6-6 हज़ार आ जाता है, कहाँ से पूरी करेंगे? ਤੁਹਾਡੀ ਗੱਲ ਵੀ ਠੀਕ ਹੈਗੀ ਹੈ ਕਿ ਮੈਂ 1400 ਰੁਪਏ ਦੇ ਆਟੇ ਦਾ ਥੈਲਾ ਲਵਾਂ
150 रुपए 550 ਦਾ ਘਿਓ ਦਾ ਲਵਾ ਪੈਸਾ ਤੇ ਫਿਰ ਮੈਂ ਲਾਈਨ 'ਚ ला के वोट पा। उसके अलावा हम रोटी नवाज शरीफ के दौर में हम रोटी 5 रुपए की लेते थे, तो समय सालन 30-40 रुपए का मिल जाता था। अब सालन होटल पे लेने जाएं तो 100 रुपए से कम नहीं देते, 10 रुपए की रोटी है। मेरी लइए तो भी खमीरी 20 रुपए की है, वो भी पराठा लें तो वो तकरीबन 50 रुपए का हो गया। अब हम मजदूर आदमी तो हम तो इमरान खान को बद दुआ ही देंगे, कभी दुआ नहीं देंगे। आप दिखाएं या ना दिखाएं, ਅਸੀਂ ਜ਼ਰੂਰ ਦਿਖਾਵਾਂਗੇ ਤੁਹਾਡੇ ਤੱਕ ਦਾ। ठीक है, लेकिन सबसे बेहतर था नवाज शरीफ, जिसने गरीब का सोचा, मुल्क का सोचा। अगर तू ईमानदार है, साफ सुथरा है, तो अपना केस लड़। तू केस के लिए जलसे जुलूस कर रहा है ताकि मेरा केस ना हो। ਇਹ ਬੜੀ ਸੋਹਣੀ ਗੱਲ ਕੀਤੀ ਹੈ। ਮੈਂ ਘਿਓ ਆਟਾ ਚੀਨੀ ਮੈਨੂੰ ਲੱਭਦਾ ਨਹੀਂ ਪਿਆ, ਬਿਜਲੀ ਦਾ ਬਿੱਲ ਇੰਨਾ ਆ ਗਿਆ ਤੇ ਮੈਂ ਲਾਈਨ 'ਚ ਖਲੋਤਾ ਆ ਵੋਟ ਪਾ ਰਹੇ ਆ ਤੇ ਮੈਨੂੰ ਕਾਹਦਾ ਸਵਾਬ ਮਿਲਦਾ। वही तो गल कर रहे हैं ना। हालांकि हमारे बड़े कहते थे, हमने नहीं सुना। अयूब खान के दौर में ताजुर ने पत्नी कोई शैयाँ बढ़ाई थी, उसने सबको बुला के कहा अगर काम कर तो ठीक, वरना मैं सबको उड़ाता हूँ। इसने किसको फ़ायदा दिया? ताजरों को फ़ायदा दिया, बाहर वालों को फ़ायदा दिया। अपने मुल्क की करेंसी कम करके 200 रुपये में डॉलर पहुँचा दिया उसने। अपने मुल्क की वैल्यू ख़त्म हो गई, बाहर वालों को फ़ायदा हो गया। तो भाइयों ने बड़ी सोहणियां गल्लां कीतियां ने। गल भी बड़ी ठीक हैगी है कि मैं 1400 रुपए का आटे का थैला लवां और 550 का घ्यो लवां और 200 रुपए किलो चीनी लवां तो फिर लाइन च लग के इन्हों भी वोट पाना तो मैनू काहदा सवाब है। ये इहो जिहियां गल्लां नहीं होनी चाहिए। वोट उदों ही पाओ जो आवाम नू कुछ दिओ। असीं आवाम की अदालत च फिरने पे हैं तो साडे कोल बड़े प्यारे भाई ने खलोते ने। की ना असल नियाजी साहब, नियाजी साहब गल इस तरह हैगी है, इलैक्शन लीडर साडे इमरान खान साहब दूसरे कहते हैं इलैक्शन कराओ इलैक्शन कराओ। आवाम अगे बड़ी तंग हैगी है, कहते हैं जो भी कोई इलैक्शन की गल करता खबरें दिल क्यों डरता, आटा घ्यो फिर नहीं लभदा। तो ये लोग घर चले जाते हैं, आवाम फिर रुलती फिरती है, ना आटा मिलता ना चीनी मिलती है। ਤੁਹਾਡੀ नज़र से इलैक्शन जरूरी है कि रिलीव आवाम नू पहले दिओ फिर इलैक्शन कराओ? सर इलेक्शन ज़रूरी है बहुत ज़्यादा। तो आवाम 1400 रुपए का आटे का थैला लेके लाइन च खलोएगी इलैक्शन वोट पाने। इमरान खान को वोट पाओ तुम, इंशाल्लाह बहुत रिलीफ मिलेगा। पहले रिलीफ मिलेगा। मैं कहता पे इलैक्शन के बाद इन्हों की चाहिए करना आवाम वास्ते? अवाम वास्ते सब कुछ करना चाहिए, रिलीफ देना चाहिए अवाम ने। सर जो वादे किए सारे पूरे करने चाहिए। इमरान खान साहब 3 साल पहले वादे किए सी ना, वो क्यों नहीं पूरे होए? सारे वादे पूरे हैं, केड़ा नहीं होया तुसी दसो। आवाम ने उस तरह ही महंगाई है, बेरोजगारी है। महंगाई बेरोजगारी सारा कुछ है। हुण तो इस हुकूमत में महंगाई ज़्यादा है, पहले तो ठीक है इमरान खान दे। ਤੁਹਾਡੀ नज़र पहले ठीक सी? जी जी सारा सिस्टम ठीक सी, सारा सिस्टम ठीक चल रहा जी जी ज़बरदस्त चल रहे सी सर। है। क्यों इस तरह हो गया? बस ये सारे चोर इकट्ठे हो गए, फिर इस तरह ही होना है सर। इमरान खान तो सारे गंदे अंडे इकट्ठे कर देते हैं, अवाम का काम है चाक के ना टोकरी सट्टो। तो जी इन्होंने कही है गल मुकाती नहीं आई साहब ने कि चोर इकट्ठे हो गए थे। पहले आवाम का ठीक सी, आवाम नहीं रोंदी सी, हुण बहुती रोंदी है। तो हुण आने वाले इलैक्शन में सानूं पता चलेगा कि की बनना की नहीं बनना। जी आवाम की अदालत च फिरने पे हैं, साढ़े कोल इक्को ही नुकता जे जो कोई इलैक्शन की गल करता तो खबरें क्यों दिल क्यों डरता, आटा घ्यो फिर नहीं लगता। की ना भाई हबीबुल्ला साहब लीडर इमरान खान होए दूसरे, वो कहते इलैक्शन कराओ आवाम आटा घ्यो नूं तरसदी पई है, नहीं लभदा पिया। ये लीडर फिर घरां च नस जांदे ने, कोई आवाम नूं पुछ गिछ नहीं। तुहाडे नज़दीक पहले आवाम नूं रिलीफ देना या इलैक्शन कराना? आपकी बात ठीक है, आटा रोटी कपड़ा मकान अपनी जगह, लेकिन इलेक्शन भी ज़रूरी होता है। अवाम अपना जो उनका इखलाकी हक होता है किसी को इंतखाब करने का, जो जिस तरह की इखलाकी गवाही होती है किसी को वोट देना, ये वोट जैसे आप किसी को वोट दे रहे हो, आप उसके हक में गवाही दे रहे हो कि ये बंदा इखलाकी तौर पे कैसा है, इसका किरदार कैसा है। रोटी कपड़ा मकान तो मालिक की ज़ात ने देना है, वो उसने वादा किया है, वो देना ही देना है। रोटी कपड़ा अपनी जगह, लेकिन अब इलेक्शन भी ज़रूरी हो गया। ये जरूरी तो हो गया। हुण तुहानूं 1400 रुपए का आटे का थैला लभदा होवे ते 200 रुपया किलो चीनी लभदी होवे, तुसीं लाइन च खलोते होवो, की सोचोगे यार किहनूं वोट पाना है? देखें वो आपकी बात भी जा, लेकिन अब हमने तो क्या, मेरा तो वोट इस साल हुआ है। इलेक्शन होना तो ज़रूरी है, हो तो होएगा अपने टाइम। अवाम ने शुरू से ही जिसको भी इंतखाब किया ना, उसने गलत इंतखाब किया है। वो उन्होंने ये नहीं देखा कि ये कौन है, कि बंदा कैसा है कैसा नहीं, ना उसके अखलाक को देखा, ना किरदार को देखा।
उन्होंने बात जो पंजाबी की मिसाल है ना, जिन्हें लाया गली ਉਹਦੇ ਨਾਲ चली, तो ये आप गवाही दे रहे हैं, लेकिन इनको ये समझना भी चाहिए ना कि वो किसके हक में गवाही दे रहे हैं। क्या वो बंदा इखलाकी तौर पे किरदार उसका ठीक है, वो किसी कैपेबल है भी हुक्मरानी के नहीं। ਇਲੈਕਸ਼ਨ ਹੋ ਵੀ ਜਾਣ ਤੇ ਹੁਣ ਇਹਨਾਂ ਨੂੰ ਕੀ ਚਾਹੀਦਾ? ਚਲੋ ਇਮਰਾਨ ਖਾਨ ਸਾਹਿਬ ਆ ਜਾਂਦੇ ਨੇ ਤੇ ਉਹਨਾਂ ਨੂੰ ਕੀ ਚਾਹੀਦਾ, ਕੀ ਕਰਨ? नहीं, इमरान खान क्यों आ जाते हैं? ਨਹੀਂ ਕੋਈ ਵੀ ਆ ਜਾਏ ਚਲੋ। साद रिजवी आएगा इंशाल्लाह। हम अपना इखलाकी और हम अपनी वसासत के मुताबिक जितना हो सकेगा हम TLP को सपोर्ट करेंगे। और जो मेरे ज़रिए जो मेरे भाई सुन रहे हैं, मैं तो यही कोशिश करूँगा कि वो अपनी ज़ात की हद तक एक ऐसे लीडर को मुंतखब करें जो इस्लामी और इखलाकी तौर पर एक बाकिरदार शख्स है। आपने साद रिजवी के बारे में कोई करप्शन का इल्ज़ाम नहीं सुना होगा, किसी को नाजायज़ कत्ल करने का नहीं सुना होगा। तो बाकी आप जो बात कर रहे थे ਇਹੋ ना, ਜਿਹੇ ਬੰਦੇ ਆਣੇ ਚਾਹੀਦੇ। इंशाल्लाह ज़रूर आने चाहिए और हम अपनी हैसियत के मुताबिक उनको अपना वोट डालकर उनकी सपोर्ट ज़रूर करेंगे। बाकी ਤੇ ਆਵਾਮ ਵਾਸਤੇ ਵੀ ਕੁਝ ਕਰਨਗੇ। इंशाल्लाह ज़रूर आवाम के लिए ही उन्होंने आना है, उन्होंने खुद के लिए तो नहीं ना आना। खुद के लिए तो उनको मस्जिदें मिली हुई हैं, मिंबर मिला हुआ है, इससे बढ़ के उनको खुद के लिए क्या चाहिए। ਉਹਨਾਂ ਨੇ ਵੀ ਬੜੀ ਪਿਆਰੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਆਉਣਾ ਚਾਹੀਦਾ, ਜਿਹੜੀ ਆਵਾਮ ਤੇ ਜਿਨ੍ਹਾਂ ਦੀ ਨਬਜ਼ ਹੋਵੇ, ਆਵਾਮ ਨੂੰ ਜੋ ਕੁਝ ਚਾਹੀਦਾ ਹੋਵੇ, ਇਹੋ ਜਿਹੇ ਇਮਾਨਦਾਰ ਬੰਦੇ ਆਣੇ ਚਾਹੀਦੇ ਨੇ।